पाठ 15 आवास स्वच्छता। ਬੱਚਿਓ, ਪਹਿਲੇ ਪਾਠ ਵਿੱਚ ਅਸੀਂ ਪੜ੍ਹਿਆ ਕਿ ਸਾਨੂੰ ਰਹਿਣ ਲਈ ਘਰਾਂ ਦੀ ਜ਼ਰੂਰਤ ਹੁੰਦੀ ਹੈ। ਇਸ ਪਾਠ ਵਿੱਚ ਸਾਡਾ ਘਰ ਤੇ ਆਲਾ ਦੁਆਲਾ ਜਿੱਥੇ ਅਸੀਂ ਵਿਚਰਦੇ ਹਾਂ ਦੀ ਸਫਾਈ ਰੱਖਣ ਦੀ ਜ਼ਰੂਰਤ ਕਿਉਂ ਹੁੰਦੀ ਹੈ ਬਾਰੇ ਪੜਾਂਗੇ। ਸਵੱਛਤਾ। ਬੱਚਿਓ, ਸਵੱਛਤਾ ਦਾ ਮਤਲਬ ਹੁੰਦਾ ਹੈ ਸਾਫ਼ ਸਫਾਈ ਰੱਖਣਾ। ਇਹ ਸਾਫ਼ ਸਫਾਈ ਸਾਡੇ ਸਰੀਰ ਦੀ ਵੀ ਹੋ ਸਕਦੀ ਹੈ ਅਤੇ ਸਾਡੇ ਆਲੇ ਦੁਆਲੇ ਦੀ ਵੀ। ਜਿਵੇਂ ਅਸੀਂ ਆਪਣੇ ਸਰੀਰ ਦੀ ਸਾਫ਼ ਸਫਾਈ ਰੱਖਣ ਨਾਲ ਸੋਹਣੇ ਲੱਗਦੇ ਹਾਂ ਅਤੇ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ, ਉਸੇ ਤਰ੍ਹਾਂ ਆਲੇ ਦੁਆਲੇ ਦੀ ਸਫਾਈ ਰੱਖਣ ਨਾਲ ਸਾਡਾ ਆਲਾ ਦੁਆਲਾ ਵੀ ਸੋਹਣਾ ਲੱਗਦਾ ਹੈ ਅਤੇ ਬਿਮਾਰੀਆਂ ਵੀ ਨਹੀਂ ਫੈਲਦੀਆਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰਾਂ, ਸੜਕਾਂ, ਗਲੀਆਂ, ਸਕੂਲਾਂ, ਪਾਰਕਾਂ ਆਦਿ ਨੂੰ ਸਵੱਛ ਰੱਖੀਏ। ਸੋ ਬੱਚਿਓ, ਸਾਫ਼ ਸਫਾਈ ਨਾਲ ਸਾਡਾ ਆਲਾ ਦੁਆਲਾ ਸੋਹਣਾ ਵੀ ਲੱਗਦਾ ਹੈ ਅਤੇ ਅਸੀਂ ਕਈ ਬਿਮਾਰੀਆਂ ਤੋਂ ਬਚੇ ਵੀ ਰਹਿ ਸਕਦੇ ਹਾਂ। ਕੂੜਾ ਕਰਕਟ। ਅਸੀਂ ਆਪਣੀ ਕਲਾਸ ਦੇ ਕਮਰੇ ਅਤੇ ਸਕੂਲ ਵਿੱਚ ਹਰ ਰੋਜ਼ ਅਕਸਰ ਕਿਤਾਬਾਂ, ਕਾਪੀਆਂ ਦੇ ਪੰਨੇ, ਖਾਣ ਪੀਣ ਵਾਲੀਆਂ ਚੀਜ਼ਾਂ, ਟੌਫੀਆਂ ਦੇ ਕਾਗਜ਼ ਸੁੱਟਦੇ ਰਹਿੰਦੇ ਹਾਂ। ਆਪਣੇ ਘਰਾਂ ਵਿੱਚ ਵੀ ਅਸੀਂ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਰੁੱਖਾਂ ਦੇ ਪੱਤੇ, ਬਗੀਚੇ ਦੀ ਰਹਿੰਦ ਖੂੰਹਦ, ਰੱਦੀ ਕਾਗਜ਼, ਟੁੱਟੇ ਭੱਜੇ ਬਰਤਨ, ਖਾਲੀ ਡੱਬੇ, ਰਬੜ, ਪਸ਼ੂਆਂ ਦੇ ਵਾੜੇ ਦਾ ਕੂੜਾ ਅਤੇ ਹੋਰ ਵੀ ਕਿੰਨਾ ਕੁਝ ਹਰ ਰੋਜ਼ ਕੂੜੇ ਵਿੱਚ ਸੁੱਟਦੇ ਹਾਂ। ਇਹਨਾਂ ਸਭ ਫਾਲਤੂ ਪਦਾਰਥਾਂ ਨੂੰ ਕੂੜਾ ਕਰਕਟ ਆਖਦੇ ਹਨ। ਜੇਕਰ ਅਸੀਂ ਆਪਣੇ ਸਕੂਲ ਵਿੱਚ ਅਤੇ ਘਰ ਵਿੱਚ ਇੰਨਾ ਕੂੜਾ ਪੈਦਾ ਕਰਦੇ ਹਾਂ ਤਾਂ ਸੋਚੋ ਪਿੰਡ ਵਿੱਚ ਅਤੇ ਸਾਡੇ ਜ਼ਿਲ੍ਹੇ ਵਿੱਚ ਜਾਂ ਸਾਡੇ ਦੇਸ਼ ਵਿੱਚ ਕਿੰਨਾ ਕੂੜਾ ਪੈਦਾ ਹੁੰਦਾ ਹੋਵੇਗਾ। ਜੇਕਰ ਅਸੀਂ ਇਸ ਕੂੜੇ ਦਾ ਨਿਪਟਾਰਾ ਠੀਕ ਢੰਗ ਨਾਲ ਨਹੀਂ ਕਰਾਂਗੇ ਤਾਂ ਅਸੀਂ ਕਿੰਨੀਆਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਵਾਂਗੇ। ਬੱਚਿਓ, ਕੂੜੇ ਦੇ ਇਸ ਤਰ੍ਹਾਂ ਦੇ ਢੇਰ ਤੇ ਨੇੜੇ ਰਹਿਣ ਵਾਲੇ ਲੋਕ ਅਕਸਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਦੂਸ਼ਿਤ ਨਾ ਕਰੀਏ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੀਏ। ਚੌਗਿਰਦੇ ਦੀ ਸਫਾਈ ਲਈ ਹੇਠਾਂ ਲਿਖੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਕੂੜਾ ਹਮੇਸ਼ਾ ਕੂੜੇਦਾਨ ਵਿੱਚ ਸੁੱਟਣਾ, ਆਪਣੇ ਘਰ ਦਾ ਕੂੜਾ ਬਾਹਰ ਗਲੀ ਵਿੱਚ ਨਾ ਸੁੱਟਣਾ, ਖੁੱਲ੍ਹੇ ਵਿੱਚ ਮਲ ਤਿਆਗ ਨਾ ਕਰਨਾ, ਆਪਣੇ ਘਰ ਦੇ ਬਾਹਰ ਨਾਲੀਆਂ ਦੀ ਸਫਾਈ ਸਮੇਂ-ਸਮੇਂ ਤੇ ਕਰਨਾ, ਆਪਣੇ ਘਰ ਅਤੇ ਸਕੂਲ ਨੂੰ ਸਾਫ਼ ਰੱਖਣਾ, ਸਾਂਝੀਆਂ ਥਾਵਾਂ ਜਿਵੇਂ ਬੱਸ ਅੱਡਾ, ਰੇਲਵੇ ਸਟੇਸ਼ਨ, ਪਾਰਕ ਆਦਿ ਨੂੰ ਸਾਫ਼ ਰੱਖਣਾ, ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਬੂਟੇ ਲਗਾਉਣਾ, ਆਪਣੇ ਪਾਣੀ ਦੇ ਸੋਮਿਆਂ ਨੂੰ ਖਰਾਬ ਨਾ ਕਰਨਾ। ਸੋ ਬੱਚਿਓ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੀਏ। ਆਓ ਬੱਚਿਓ, ਚੰਗੀ ਸਿਹਤ ਬਾਰੇ ਇੱਕ ਕਵਿਤਾ ਬੋਲਦੇ ਹਾਂ। ਚੰਗੀ ਸਿਹਤ ਜ਼ਿੰਦਗੀ ਦਾ ਗਹਿਣਾ, ਤੰਦਰੁਸਤ ਹੈ ਜੇ ਸਭ ਨੇ ਰਹਿਣਾ। ਯਾਦ ਰੱਖੋ ਕੁਝ ਗੱਲਾਂ ਖਾਸ, ਆਲਾ ਦੁਆਲਾ ਰੱਖੋ ਸਾਫ਼। ਸਾਫ਼ ਘਰ ਤੇ ਸਾਫ਼ ਚੁਬਾਰਾ, ਬਿਮਾਰੀਆਂ ਤੋਂ ਹੋਵੇ ਛੁਟਕਾਰਾ। ਸਾਫ਼ ਸਫਾਈ ਪ੍ਰਤੀ ਸਭ ਜਾਗੋ, ਖੁੱਲ੍ਹੇ ਵਿੱਚ ਨਾ ਮਲ ਤਿਆਗੋ। ਮੱਖੀ ਮੱਛਰ ਦਾ ਹੋਵੇ ਨਾਸ, ਤੰਦਰੁਸਤੀ ਦਾ ਇਹੀ ਰਾਸ। ਘਰੇਲੂ ਕੂੜਾ ਕਰਕਟ ਦੋ ਪ੍ਰਕਾਰ ਦਾ ਹੁੰਦਾ ਹੈ, ਗਲਣਯੋਗ, ਨਾ ਗਲਣਯੋਗ। ਗਲਣਯੋਗ ਇਸ ਵਿੱਚ ਕਾਗਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ, ਖਾਣ ਵਾਲੀਆਂ ਵਸਤੂਆਂ ਦੀ ਰਹਿੰਦ ਖੂੰਹਦ, ਪਸ਼ੂਆਂ ਦਾ ਗੋਹਾ ਕੂੜਾ ਅਤੇ ਘਰ ਦੀ ਬਗੀਚੀ ਦੀ ਰਹਿੰਦ ਖੂੰਹਦ ਸ਼ਾਮਿਲ ਹੈ, ਜੋ ਕਿ ਕੁਝ ਸਮੇਂ ਬਾਅਦ ਆਪਣੇ ਆਪ ਗਲ ਜਾਂਦਾ ਹੈ। ਬੱਚਿਓ, ਇਸ ਤਰ੍ਹਾਂ ਦਾ ਕੂੜਾ ਗਲ ਸੜ ਕੇ ਜ਼ਮੀਨ ਵਿੱਚ ਹੀ ਸਮਾ ਜਾਂਦਾ ਹੈ। ਨਾ ਗਲਣਯੋਗ। ਨਾ ਗਲਣਯੋਗ ਕੂੜਾ ਕਰਕਟ ਵਿੱਚ ਪਲਾਸਟਿਕ ਦੇ ਲਿਫਾਫੇ, ਕੱਚ, ਟਿਨ, ਲੋਹੇ ਅਤੇ ਪਲਾਸਟਿਕ ਦੀਆਂ ਬੇਕਾਰ ਵਸਤਾਂ ਆਦਿ ਸ਼ਾਮਲ ਹਨ। ਉਸਾਰੀ ਦਾ ਮਲਬਾ ਵੀ ਨਾ ਗਲਣਯੋਗ ਕੂੜਾ ਹੈ। ਇਹ ਲੰਮੇ ਸਮੇਂ ਬਾਅਦ ਵੀ ਨਹੀਂ ਗਲਦਾ। ਬੱਚਿਓ, ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਾਤਾਵਰਣ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਕਾਰਨ ਹੁੰਦਾ ਹੈ। ਕੂੜਾ ਕਰਕਟ ਦੇ ਪ੍ਰਭਾਵ। ਕੂੜਾ ਕਰਕਟ ਨਾਲ ਸਿਹਤ ਅਤੇ ਵਾਤਾਵਰਣ ਉੱਤੇ ਬਹੁਤ ਹੀ ਮਾੜੇ ਪ੍ਰਭਾਵ ਪੈਂਦੇ ਹਨ। ਕੂੜਾ ਕਰਕਟ ਆਮ ਤੌਰ ਤੇ ਨਾਲੀਆਂ ਵਿੱਚ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਨਾਲੀਆਂ ਬੰਦ ਹੋ ਜਾਂਦੀਆਂ ਹਨ, ਜਿਸ ਵਿੱਚ ਮੱਛਰ, ਮੱਖੀ ਪੈਦਾ ਹੁੰਦੇ ਹਨ, ਜਿਨ੍ਹਾਂ ਤੋਂ ਡੇਂਗੂ, ਮਲੇਰੀਆ ਜਿਹੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ। ਖੁੱਲ੍ਹੇ ਸੁੱਟੇ ਹੋਏ ਕੂੜੇ ਵਿੱਚ ਕਈ ਪ੍ਰਕਾਰ ਦੇ ਕੀੜੇ ਮਕੌੜੇ ਅਤੇ ਮੱਖੀਆਂ ਪੈਦਾ ਹੋ ਜਾਂਦੀਆਂ ਹਨ, ਜੋ ਕਈ ਵਾਰ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ।
ਖੁੱਲ੍ਹਾ ਸੁੱਟਿਆ ਕੂੜਾ ਮਹਾਮਾਰੀਆਂ ਨੂੰ ਫੈਲਣ ਦਾ ਮੌਕਾ ਦਿੰਦਾ ਹੈ, ਜਿਵੇਂ ਟਾਈਫਾਈਡ, ਹੈਜ਼ਾ, ਦਿਮਾਗੀ ਬੁਖਾਰ, ਪੇਚਿਸ, ਪੀਲੀਆ ਅਤੇ ਕਈ ਚਮੜੀ ਰੋਗ। ਕੂੜਾ ਕਰਕਟ ਵਿੱਚ ਸ਼ਾਮਲ ਪਲਾਸਟਿਕ ਦੀਆਂ ਥੈਲੀਆਂ ਪਸ਼ੂ ਚਰ ਜਾਂਦੇ ਹਨ, ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ। ਪਲਾਸਟਿਕ ਦੀਆਂ ਥੈਲੀਆਂ ਨਾਲ ਸੀਵਰੇਜ, ਨਾਲਿਆਂ ਵਿੱਚ ਪਾਣੀ ਦਾ ਵਹਾਅ ਵੀ ਰੁਕਦਾ ਹੈ। ਪਲਾਸਟਿਕ ਦੀਆਂ ਵਸਤਾਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ, ਕਿਉਂਕਿ ਇਹਨਾਂ ਨੂੰ ਗਲਣ ਲਈ ਸੈਂਕੜੇ ਸਾਲ ਲੱਗ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗਲਣਯੋਗ, ਨਾ ਗਲਣਯੋਗ ਕੂੜੇ ਨੂੰ ਅਲੱਗ-ਅਲੱਗ ਇਕੱਠਾ ਕੀਤਾ ਜਾਵੇ। ਸੋ ਬੱਚਿਓ, ਖੁੱਲ੍ਹੇ ਵਿੱਚ ਸੁੱਟਿਆ ਕੂੜਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਗਲਣਯੋਗ ਕੂੜੇ ਦਾ ਨਿਪਟਾਰਾ। ਕਾਗਜ਼ ਨੂੰ ਸੋਧ ਕੇ ਮੁੜ ਵਰਤਿਆ ਜਾ ਸਕਦਾ ਹੈ। ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ ਪਸ਼ੂਆਂ ਦੇ ਚਾਰੇ ਵਜੋਂ ਵਰਤੇ ਜਾ ਸਕਦੇ ਹਨ। ਪਸ਼ੂਆਂ ਦਾ ਗੋਹਾ ਕੂੜਾ, ਬਗੀਚੀ ਦਾ ਕਚਰਾ, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ, ਖਾਣ ਵਾਲੀਆਂ ਵਸਤਾਂ ਦੀ ਰਹਿੰਦ-ਖੂੰਹਦ ਨੂੰ ਟੋਏ ਵਿੱਚ ਦਬਾ ਕੇ ਖਾਦ ਬਣਾਈ ਜਾ ਸਕਦੀ ਹੈ। ਬੱਚਿਓ, ਗਲਣਯੋਗ ਕੂੜੇ ਦਾ ਜੇ ਠੀਕ ਢੰਗ ਨਾਲ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਬਦਬੂ ਮਾਰਨ ਲੱਗ ਪੈਂਦਾ ਹੈ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਨਾ ਗਲਣਯੋਗ ਕੂੜੇ ਦਾ ਨਿਪਟਾਰਾ। ਕੱਚ, ਟਿਨ, ਲੋਹੇ ਅਤੇ ਪਲਾਸਟਿਕ ਦੀਆਂ ਬੇਕਾਰ ਵਸਤੂਆਂ ਨੂੰ ਮੁਰੰਮਤ ਕਰਕੇ ਜਾਂ ਕਾਰਖਾਨਿਆਂ ਵਿੱਚ ਸੋਧ ਕੇ ਮੁੜ ਵਰਤਿਆ ਜਾ ਸਕਦਾ ਹੈ। ਉਸਾਰੀ ਦਾ ਮਲਬਾ ਅਤੇ ਸੁਆਹ ਆਦਿ ਨੂੰ ਟੋਏ ਬਣਾ ਕੇ ਨਿਪਟਾਇਆ ਜਾ ਸਕਦਾ ਹੈ। ਲੈਂਡਫਿਲ ਜਲ ਸਰੋਤਾਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਬਣਾਉਣੇ ਚਾਹੀਦੇ ਹਨ। ਬੱਚਿਓ, ਨਾ ਗਲਣਯੋਗ ਇਹਨਾਂ ਬੇਕਾਰ ਵਸਤੂਆਂ ਨੂੰ ਅਸੀਂ ਕਬਾੜੀਏ ਨੂੰ ਵੀ ਦੇ ਸਕਦੇ ਹਾਂ। ਪ੍ਰਸ਼ਨ 1। ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਦੇ ਕੀ ਨੁਕਸਾਨ ਹਨ? ਪਲਾਸਟਿਕ ਦੀਆਂ ਥੈਲੀਆਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਇਹਨਾਂ ਨੂੰ ਗਲਣ ਨੂੰ ਸੈਂਕੜੇ ਸਾਲ ਲੱਗ ਜਾਂਦੇ ਹਨ। ਪ੍ਰਸ਼ਨ 2। ਖੁੱਲ੍ਹੇ ਤੌਰ ਤੇ ਸੁੱਟੇ ਕੂੜੇ ਕਰਕਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਂ ਲਿਖੋ। ਟਾਈਫਾਈਡ, ਹੈਜ਼ਾ, ਦਿਮਾਗੀ ਬੁਖਾਰ, ਪੇਚਿਸ, ਪੀਲੀਆ ਅਤੇ ਕਈ ਚਮੜੀ ਦੇ ਰੋਗ। ਬੱਚਿਓ, ਜਾਨਵਰਾਂ ਦੀ ਰਹਿੰਦ-ਖੂੰਹਦ ਨੂੰ ਨਿਪਟਾਉਣ ਲਈ ਗੋਬਰ ਗੈਸ ਪਲਾਂਟ ਲਗਾਇਆ ਜਾ ਸਕਦਾ ਹੈ। ਕੂੜਾ ਘਟਾਉਣਾ। ਬੱਚਿਓ, ਤੁਹਾਨੂੰ ਪਤਾ ਹੈ ਕਿ ਸਾਡੇ ਘਰ ਵਿੱਚ ਔਸਤਨ 300 ਤੋਂ 500 ਗ੍ਰਾਮ ਤੱਕ ਕੂੜਾ ਹਰ ਰੋਜ਼ ਪੈਦਾ ਹੁੰਦਾ ਹੈ, ਪਰ ਜੇਕਰ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਤਾਂ ਇਸ ਨੂੰ ਘਟਾ ਸਕਦੇ ਹਾਂ, ਜਿਵੇਂ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਕੇ, ਗਲਣਯੋਗ ਕੂੜੇ ਤੋਂ ਖਾਦ ਤਿਆਰ ਕਰਕੇ, ਚੀਜ਼ਾਂ ਦੀ ਮੁੜ ਤੋਂ ਵਰਤੋਂ ਕਰਕੇ, ਜਿਵੇਂ ਕਾਗਜ਼ ਨੂੰ ਸਿੱਟਣ ਦੀ ਬਜਾਏ ਰੱਦੀ ਵਿੱਚ ਵੇਚਣਾ। ਬਾਜ਼ਾਰ ਤੋਂ ਸਬਜ਼ੀ ਜਾਂ ਹੋਰ ਸਮਾਨ ਲਿਆਉਣ ਲਈ ਕੱਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘਟ ਸਕੇ। ਕਾਗਜ਼ ਦੀ ਥਾਂ ਲਿਖਣ ਲਈ ਸਲੇਟ ਦੀ ਵਰਤੋਂ ਕਰਕੇ, ਕਿਤਾਬਾਂ ਨੂੰ ਸਾਫ਼-ਸੁਥਰੀਆਂ ਰੱਖਣ ਨਾਲ ਉਹੀ ਕਿਤਾਬਾਂ ਅਗਲੇ ਸਾਲ ਹੋਰਨਾਂ ਬੱਚਿਆਂ ਲਈ ਵਰਤੀਆਂ ਜਾ ਸਕਦੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਜਿੰਨਾ ਜ਼ਿਆਦਾ ਕੂੜਾ ਕਰਕਟ ਪੈਦਾ ਕਰਾਂਗੇ ਤਾਂ ਉਸ ਤੋਂ ਛੁਟਕਾਰਾ ਪਾਉਣ ਵਿੱਚ ਵੀ ਸਾਨੂੰ ਓਨੀ ਹੀ ਵੱਧ ਮੁਸ਼ਕਿਲ ਹੋਵੇਗੀ। ਕੂੜੇ ਕਰਕਟ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਅਸੀਂ ਫੁੱਲ ਬੂਟੇ ਲਗਾ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਮੁਰੰਮਤ ਹੋ ਸਕਦੀ ਹੈ, ਉਹਨਾਂ ਦੀ ਅਸੀਂ ਮੁੜ ਵਰਤੋਂ ਕਰ ਸਕਦੇ ਹਾਂ। ਘਰ ਵਿੱਚ ਪਈ ਸੀਡੀ ਜਾਂ ਹੋਰ ਵਸਤੂਆਂ ਨਾਲ ਅਸੀਂ ਫੋਟੋ ਫਰੇਮ ਤਿਆਰ ਕਰ ਸਕਦੇ ਹਾਂ। ਫਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਨੂੰ ਮਿਕਸੀ ਵਿੱਚ ਪੀਸ ਕੇ ਖਾਦ ਦੇ ਰੂਪ ਵਿੱਚ ਪੌਦਿਆਂ ਨੂੰ ਪਾਇਆ ਜਾ ਸਕਦਾ ਹੈ, ਜੋ ਕਿ ਪੌਦਿਆਂ ਲਈ ਬਹੁਤ ਹੀ ਵਧੀਆ ਹੁੰਦਾ ਹੈ। ਖਾਲੀ ਬੋਤਲਾਂ ਵਿੱਚ ਪੌਦੇ ਉਗਾਏ ਜਾ ਸਕਦੇ ਹਨ। ਇਹਨਾਂ ਤੋਂ ਸੁੰਦਰ ਫੁੱਲਦਾਨ ਵੀ ਬਣਾ ਸਕਦੇ ਹਾਂ। ਬੱਚਿਓ, ਅਸੀਂ ਘਰੇ ਬਚੇ ਪਦਾਰਥਾਂ ਤੋਂ ਵੱਖ-ਵੱਖ ਸਜਾਵਟੀ ਤੇ ਕੰਮ ਆਉਣ ਵਾਲਾ ਸਮਾਨ ਬਣਾ ਸਕਦੇ ਹਾਂ। ਖਾਲੀ ਡੱਬਿਆਂ ਨੂੰ ਸਾਫ਼ ਕਰਕੇ ਕਈ ਢੰਗਾਂ ਨਾਲ ਦੁਬਾਰਾ ਵਰਤਿਆ ਜਾ ਸਕਦਾ ਹੈ। ਪਿਆਰੇ ਬੱਚਿਓ, ਕੀ ਤੁਸੀਂ ਕਦੇ ਚੰਡੀਗੜ੍ਹ ਗਏ ਹੋ? ਉੱਥੇ ਵਿਅਰਥ ਅਤੇ ਵਾਧੂ ਪਦਾਰਥਾਂ ਤੋਂ ਬਹੁਤ ਹੀ ਸੋਹਣੇ ਅਤੇ ਵਧੀਆ ਢੰਗ ਦੀਆਂ ਚੀਜ਼ਾਂ ਬਣਾਈਆਂ ਗਈਆਂ ਹਨ। ਇਹ ਸਭ ਸ਼੍ਰੀ ਨੇਕ ਚੰਦ ਜੀ ਵੱਲੋਂ ਰੌਕ ਗਾਰਡਨ ਵਿਖੇ ਬਣਾਇਆ ਗਿਆ ਹੈ। ਇਹ ਕਾਰੀਗਰੀ ਦਾ ਉੱਤਮ ਨਮੂਨਾ ਵੀ ਹੈ ਅਤੇ ਵਿਅਰਥ ਪਦਾਰਥਾਂ ਨੂੰ ਵਰਤਣ ਦਾ ਉੱਤਮ ਤਰੀਕਾ ਵੀ। ਬੱਚਿਓ, ਇਸ ਰੌਕ ਗਾਰਡਨ ਵਿੱਚ ਪੁਰਾਣੀਆਂ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਗਿਆ ਹੈ।
ਸਾਨੂੰ ਸਾਰਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਹੈ ਕਿ ਖੁੱਲ੍ਹਾ ਕੂੜਾ ਕਰਕਟ ਸਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਇਸ ਲਈ ਸਾਨੂੰ ਆਪਣੇ ਆਪਣੇ ਘਰਾਂ ਵਿੱਚ ਢੱਕਿਆ ਹੋਇਆ ਕੂੜਾਦਾਨ ਲਗਾਉਣਾ ਚਾਹੀਦਾ ਹੈ। ਬੱਚਿਓ, ਢਕੇ ਹੋਏ ਕੂੜੇਦਾਨ ਵਿੱਚ ਮੱਖੀਆਂ ਮੱਛਰ ਪੈਦਾ ਨਹੀਂ ਹੁੰਦੇ। ਯਾਦ ਰੱਖਣ ਯੋਗ ਗੱਲਾਂ। ਘਰ ਬਣਾਉਣ ਮਗਰੋਂ ਉਸ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਘਰਾਂ ਦੇ ਕੂੜਾ ਕਰਕਟ ਦਾ ਉਚਿਤ ਢੰਗ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ। ਗਲਣਯੋਗ ਅਤੇ ਨਾ ਗਲਣਯੋਗ ਕੂੜਾ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਬਹੁਤ ਸਾਰੀਆਂ ਫਜ਼ੂਲ ਵਸਤਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਘਰਾਂ, ਪਾਰਕਾਂ, ਸੜਕਾਂ, ਸਕੂਲਾਂ, ਹਸਪਤਾਲਾਂ ਵਿੱਚ ਡਸਟਬਿਨ ਰੱਖੇ ਹੋਣੇ ਚਾਹੀਦੇ ਹਨ। ਪ੍ਰਸ਼ਨ ਨੰਬਰ 3, ਖਾਲੀ ਥਾਵਾਂ ਭਰੋ। ਕੂੜਾ। ਘਰ ਵਿੱਚ ਸੂਰਜ ਦੀ ਰੋਸ਼ਨੀ ਅਤੇ ਡੈਸ਼ ਆਉਣੀ ਚਾਹੀਦੀ ਹੈ। ਤਾਜ਼ੀ ਹਵਾ। ਐੜਾ। ਕੂੜਾ ਕਰਕਟ ਨਾਲ ਸਿਹਤ ਅਤੇ ਡੈਸ਼ ਉੱਪਰ ਮਾੜੇ ਪ੍ਰਭਾਵ ਪੈਂਦੇ ਹਨ। ਵਾਤਾਵਰਣ। ਈੜੀ। ਡੈਸ਼ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਪੋਲੀਥੀਨ। ਸੱਸਾ। ਕੂੜਾ ਇਕੱਠਾ ਕਰਨ ਲਈ ਡੈਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਕੂੜਾਦਾਨ। ਪ੍ਰਸ਼ਨ 4, ਹੇਠ ਲਿਖੇ ਸਹੀ ਕਥਨ ਤੇ ਸਹੀ ਅਤੇ ਗਲਤ ਕਥਨ ਤੇ ਗਲਤ ਦਾ ਨਿਸ਼ਾਨ ਲਗਾਓ। ਕੂੜਾ। ਖੁੱਲ੍ਹਾ ਸੁੱਟਿਆ ਕੂੜਾ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ। ਸਹੀ। ਐੜਾ। ਕੂੜਾ ਕਰਕਟ ਕੂੜੇਦਾਨ ਵਿੱਚ ਪਾਉਣਾ ਚਾਹੀਦਾ ਹੈ। ਸਹੀ। ਈੜੀ। ਪਲਾਸਟਿਕ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਗਲਤ। ਸੱਸਾ। ਪਲਾਸਟਿਕ ਦੀਆਂ ਬੋਤਲਾਂ ਨੂੰ ਮੁੜ ਵਰਤਿਆ ਜਾ ਸਕਦਾ ਹੈ। ਸਹੀ। ਹਾਹਾ। ਰੌਕ ਗਾਰਡਨ ਲੁਧਿਆਣੇ ਵਿੱਚ ਹੈ। ਗਲਤ। ਪ੍ਰਸ਼ਨ ਨੰਬਰ 5, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ ਦਾ ਨਿਸ਼ਾਨ ਲਗਾਓ। ਕੂੜਾ। ਗਲਣਯੋਗ ਵਸਤੂ ਕਿਹੜੀ ਹੈ? ਪਲਾਸਟਿਕ, ਕਾਗਜ਼, ਕੱਚ। ਸਹੀ ਜਵਾਬ ਹੈ ਕਾਗਜ਼। ਐੜਾ। ਨਾ ਗਲਣਯੋਗ ਵਸਤੂ ਕਿਹੜੀ ਹੈ? ਪੱਤੇ, ਛਿਲਕੇ, ਪੋਲੀਥੀਨ। ਸਹੀ ਜਵਾਬ ਹੈ ਪੋਲੀਥੀਨ। ਇਹਨਾਂ ਵਿੱਚੋਂ ਕਿਹੜਾ ਕੂੜਾ ਕਰਕਟ ਵਧਣ ਦਾ ਮੁੱਖ ਕਾਰਨ ਹੈ? ਅਵਾਰਾ ਪਸ਼ੂ, ਸ਼ਹਿਰੀਕਰਨ, ਖੇਤੀਬਾੜੀ। ਸਹੀ ਜਵਾਬ ਹੈ ਸ਼ਹਿਰੀਕਰਨ। ਸੱਸਾ। ਸ਼੍ਰੀ ਨੇਕ ਚੰਦ ਜੀ ਨੇ ਕਿਹੜਾ ਗਾਰਡਨ ਬਣਾਇਆ ਹੈ? ਰੌਕ ਗਾਰਡਨ, ਰੋਜ਼ ਗਾਰਡਨ, ਨੇਕ ਗਾਰਡਨ। ਸਹੀ ਜਵਾਬ ਹੈ ਰੌਕ ਗਾਰਡਨ। ਹਾਹਾ। ਗੋਬਰ ਦੀ ਵਰਤੋਂ ਨਾਲ ਕੀ ਪੈਦਾ ਕੀਤਾ ਜਾ ਸਕਦਾ ਹੈ? ਕਾਗਜ਼, ਗੋਬਰ ਗੈਸ ਜਾਂ ਗੱਤਾ। ਗੋਬਰ ਗੈਸ। ਪ੍ਰਸ਼ਨ ਨੰਬਰ 6, ਸਹੀ ਮਿਲਾਨ ਕਰੋ। ਡਸਟਬਿਨ, ਕੂੜਾਦਾਨ। ਪੋਲੀਥੀਨ, ਲਿਫਾਫੇ। ਕੰਕਰੀਟ, ਸੀਮੈਂਟ। ਲੈਂਟਰ, ਛੱਤ। ਰੌਕ ਗਾਰਡਨ, ਚੰਡੀਗੜ੍ਹ। ਪ੍ਰਸ਼ਨ ਨੰਬਰ 7, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਕੂੜਾ। ਕੂੜਾਦਾਨ ਕੀ ਹੁੰਦਾ ਹੈ? ਕੂੜਾ ਕਰਕਟ ਜਿਸ ਡਿੱਬੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਉਸ ਨੂੰ ਕੂੜਾਦਾਨ ਆਖਦੇ ਹਨ। ਐੜਾ। ਸਵੱਛਤਾ ਦਾ ਕੋਈ ਇੱਕ ਲਾਭ ਦੱਸੋ। ਸਵੱਛਤਾ ਨਾਲ ਸਾਡੇ ਨੇੜੇ ਕੋਈ ਬਿਮਾਰੀ ਨਹੀਂ ਆਉਂਦੀ। ਈੜੀ। ਗਲਣਯੋਗ ਕੂੜੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ? ਕਾਗਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ, ਪਸ਼ੂਆਂ ਦਾ ਗੋਹਾ ਆਦਿ। ਸੱਸਾ। ਨਾ ਗਲਣਯੋਗ ਕੂੜੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ? ਕੱਚ, ਟਿਨ, ਲੋਹੇ ਅਤੇ ਪਲਾਸਟਿਕ ਦੀਆਂ ਬੇਕਾਰ ਚੀਜ਼ਾਂ। ਹਾਹਾ। ਦੋ ਵੱਖ-ਵੱਖ ਰੰਗਾਂ ਦੇ ਕੂੜਾਦਾਨ ਕਿਉਂ ਵਰਤੇ ਜਾਂਦੇ ਹਨ? ਗਲਣਯੋਗ ਅਤੇ ਨਾ ਗਲਣਯੋਗ ਕੂੜੇ ਨੂੰ ਅਲੱਗ-ਅਲੱਗ ਰੱਖਣ ਲਈ। ਪੱਕਾ। ਸਵੱਛਤਾ ਤੋਂ ਕੀ ਭਾਵ ਹੈ? ਸਵੱਛਤਾ ਤੋਂ ਭਾਵ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ। ਖੱਖਾ। ਕੂੜਾ ਕਰਕਟ ਕਿਉਂ ਵੱਧ ਰਿਹਾ ਹੈ? ਸ਼ਹਿਰੀਕਰਨ, ਜਨਸੰਖਿਆ ਵਿੱਚ ਵਾਧਾ ਅਤੇ ਅਗਿਆਨਤਾ ਕਾਰਨ ਕੂੜਾ ਕਰਕਟ ਵੱਧ ਰਿਹਾ ਹੈ। ਗੱਗਾ। ਕੂੜਾ ਕਰਕਟ ਦੇ ਕੀ ਮਾੜੇ ਪ੍ਰਭਾਵ ਪੈਂਦੇ ਹਨ? ਇਸ ਵਿੱਚ ਪੈਦਾ ਹੋਏ ਕੀਟਾਣੂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੇ ਹਨ। ਘੱਗਾ। ਕੂੜਾ ਕਰਕਟ ਦਾ ਨਿਪਟਾਰਾ ਕਿਵੇਂ ਕੀਤਾ ਜਾ ਸਕਦਾ ਹੈ? ਬੇਕਾਰ ਵਸਤੂਆਂ ਨੂੰ ਮੁੜ ਵਰਤੋਂ ਵਿੱਚ ਲਿਆ ਕੇ ਅਤੇ ਗਲਣਯੋਗ ਕੂੜੇ ਤੋਂ ਖਾਦ ਬਣਾ ਕੇ ਕੂੜਾ ਕਰਕਟ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਕੂੜਾ ਕਰਕਟ ਘਟਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪੋਲੀਥੀਨ ਬੈਗ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਸਵੱਛਤਾ ਕਲੱਬ ਦੀਆਂ ਹੇਠ ਲਿਖੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਸਕੂਲ ਵਿੱਚ ਸਾਰੇ ਬੱਚੇ ਸਮੇਂ ਤੇ ਆਉਣ, ਬੱਚਿਆਂ ਦੀ ਸਕੂਲ ਦੀ ਵਰਦੀ ਸਾਫ਼ ਹੋਵੇ, ਸਕੂਲ ਅਤੇ ਕਲਾਸਰੂਮ ਵਿੱਚ ਸਫਾਈ ਹੋਵੇ, ਇਹ ਯਕੀਨੀ ਬਣਾਉਣਾ ਕਿ ਖਾਣਾ ਖਾਣ ਤੋਂ ਪਹਿਲਾਂ ਸਾਰੇ ਬੱਚੇ ਸਾਬਣ ਨਾਲ ਹੱਥ ਧੋਣ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ। ਧੰਨਵਾਦ।